ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਖੀ ਸੀਤਾ ਜੀ ਦੀ ਕਥਾ। ਜਿਵੇਂ ਕਿ ਆਪ ਸਭ ਨੇ ਪਿਛਲੀ ਕਥਾ ਵਿੱਚ ਸੁਣਿਆ ਹੈ ਕਿ ਸੀਤਾ ਜੀ ਰਾਜਾ ਜਨਕ ਜੀ ਦੀ ਪੁੱਤਰੀ ਸੀ। ਇਹਨਾਂ ਦੇ ਜਨਮ ਦੀ ਕਥਾ ਅਨੋਖੀ ਹੈ। ਲਿਖਿਆ ਹੈ ਕਿ ਧਰਮੀ ਰਾਜਾ ਜਨਕ ਦੇ ਰਾਜ ਵਿੱਚ ਭਿਆਨਕ ਔੜ ਲੱਗੀ, ਭਾਵ ਕਿ ਪਾਣੀ ਦਾ ਕਾਲ ਪੈ ਗਿਆ। 12 ਸਾਲ ਮੀਂਹ ਨਾ ਪਿਆ। ਉਸ ਦੇ ਰਾਜ ਦੇ ਜੰਗਲ ਖੇਤ ਸਭ ਸੜ ਗਏ, ਤਲਾਬ ਨਦੀਆਂ ਸੁੱਕ ਗਈਆਂ। ਪਸ਼ੂ ਤੇ ਪੰਛੀ ਭੁੱਖ ਨਾਲ ਵਿਆਕੁਲ ਹੋਣ ਲੱਗੇ। ਪਰਜਾ ਦੇ ਅਨੇਕਾਂ ਪੁਰਸ਼ ਮਰਨ ਲੱਗੇ। ਰਾਜਾ ਘਬਰਾ ਗਿਆ, ਕਿਉਂਕਿ ਰਾਜੇ ਦਾ ਧਰਮ ਹੁੰਦਾ ਹੈ ਪਰਜਾ ਦੀ ਰੱਖਿਆ ਕਰਨਾ। ਜੋ ਜਾਨ ਮਾਲ ਦੀ ਰੱਖਿਆ ਨਾ ਕਰੇ ਸੋ ਰਾਜਾ ਨਹੀਂ ਹੁੰਦਾ। ਲੋਕਾਂ ਦੇ ਮਰਨ ਦਾ ਪਾਪ ਰਾਜਾ ਜਨਕ ਦੇ ਸਿਰ ਲੱਗਣ ਲੱਗਾ। ਮੌਤ ਸੁਣ ਕੇ ਰਾਜਾ ਘਬਰਾ ਗਿਆ। ਰਾਜਾ ਜਨਕ ਨੇ ਇੱਕ ਸਭਾ ਸੱਦੀ। ਉਸ ਸਭਾ ਵਿੱਚ ਆਪਣੇ ਰਾਜ ਦੇ ਸਾਰੇ ਸਿਆਣੇ ਪੁਰਸ਼ ਤੇ ਜੋਤਸ਼ੀ ਸੱਦੇ। ਸਭਾ ਵਿੱਚ ਵਿਸ਼ਾ ਇਹ ਰੱਖਿਆ ਗਿਆ ਕਿ ਰਾਜ ਵਿੱਚ ਇੰਨੀ ਔੜ ਲੱਗਣ ਦਾ ਕਾਰਨ ਕੀ ਹੋ ਸਕਦਾ ਹੈ, ਕਿਸ ਪਾਪ ਦਾ ਫਲ ਹੈ। ਕਈ ਸਿਆਣੇ ਪੁਰਸ਼ਾਂ ਨੇ ਆਪੋ ਆਪਣੀ ਅਕਲ ਅਨੁਸਾਰ ਉੱਤਰ ਦਿੱਤੇ, ਪਰ ਰਾਜੇ ਦੀ ਤਸੱਲੀ ਨਾ ਹੋਈ। ਇੱਕ ਬੁੱਢੇ ਰਿਸ਼ੀ ਨੇ ਆਖਿਆ, ਹੇ ਰਾਜਨ, ਗੱਲ ਇਹ ਹੈ ਕਿ ਤੁਸਾਂ ਦੇ ਰਾਜ ਵਿੱਚ ਰਾਵਣ ਦੇ ਦੂਤ ਇੱਕ ਘੜਾ ਨੱਪ ਗਏ ਹਨ। ਜਿੰਨਾ ਚਿਰ ਉਹ ਪੁੱਟਿਆ ਨਾ ਜਾਏ ਓਨਾ ਚਿਰ ਸਮਝ ਲਓ ਆਪ ਦੇ ਰਾਜ ਵਿੱਚ ਨੁਕਸਾਨ ਹੀ ਨੁਕਸਾਨ ਹੈ। ਕਿਸੇ ਨੇਕ ਕਰਮ ਕਰਕੇ ਆਪ ਬਚ ਗਏ, ਨਹੀਂ ਤੇ ਕੁੱਲ ਦਾ ਨਾਸ਼ ਹੋ ਜਾਣਾ ਸੀ। ਉਹ ਘੜਾ ਕੈਸਾ ਹੈ, ਉਸ ਵਿੱਚ ਕੀ ਹੈ? ਰਾਜਾ ਜਨਕ ਜੀ ਨੇ ਬੜੀ ਹੈਰਾਨੀ ਨਾਲ ਪੁੱਛਿਆ। ਉਹ ਸਭ ਕੁਝ ਜਾਣਨ ਲਈ ਕਾਹਲਾ ਸੀ। ਹੇ ਰਾਜਨ, ਰਿਸ਼ੀ ਨੇ ਆਖਿਆ, ਇੱਕ ਸਮੇਂ ਅਹੰਕਾਰੀ ਤੇ ਪਾਪੀ ਰਾਜੇ ਰਾਵਣ ਨੇ ਆਪਣੇ ਰਾਜ ਦੇ ਰਿਖੀ ਤੇ ਤਪਸਵੀ ਲੋਕਾਂ ਕੋਲੋਂ ਕਰ ਮੰਗਿਆ ਸੀ, ਪਰ ਰਿਖੀ ਲੋਕਾਂ ਕੋਲ ਕਰ ਦੀ ਮਾਇਆ ਨਹੀਂ ਸੀ। ਜਦੋਂ ਰਾਵਣ ਦੇ ਦੂਤ ਰਿਖੀ ਆਸ਼ਰਮਾਂ ਵਿੱਚ ਕਰ ਲੈਣ ਗਏ ਤਾਂ ਸਾਰੇ ਰਿਖੀਆਂ ਨੇ ਸਲਾਹ ਕਰਕੇ ਇੱਕ ਘੜੇ ਵਿੱਚ ਆਪਣੇ ਸਰੀਰ ਦਾ ਲਹੂ ਪਾਇਆ। ਉਸ ਘੜੇ ਦਾ ਮੂੰਹ ਬੰਦ ਕਰ ਦਿੱਤਾ। ਨਾਲ ਹੀ ਦੂਤਾਂ ਨੂੰ ਆਖ ਦਿੱਤਾ ਕਿ ਰਾਵਣ ਇਸ ਘੜੇ ਦਾ ਮੂੰਹ ਨਾ ਖੋਲੇ। ਜੇ ਖੋਲੇਗਾ ਤਾਂ ਉਸ ਦਾ ਸਰਬ ਨਾਸ਼ ਹੋ ਜਾਏਗਾ। ਇਸ ਵਿੱਚ ਰਾਵਣ ਦਾ ਕਾਲ ਹੈ। ਜੋ ਰਾਜਾ ਗਰੀਬਾਂ ਨੂੰ ਤੰਗ ਕਰਦਾ ਹੈ ਉਹ ਸੁਖੀ ਨਹੀਂ ਹੋ ਸਕਦਾ। ਦੂਤ ਰਾਜਾ ਰਾਵਣ ਕੋਲੋਂ ਉਹ ਘੜਾ ਲੈ ਕੇ ਚਲੇ ਗਏ। ਰਾਵਣ ਦੇਖਣ ਲੱਗਾ ਤਾਂ ਦੂਤ ਨੇ ਰੋਕ ਦਿੱਤਾ। ਉਹਨਾਂ ਨੇ ਰਾਵਣ ਨੂੰ ਦੱਸਿਆ, ਹੇ ਰਾਵਣ, ਰਿਖੀਆਂ ਦਾ ਸਰਾਪ ਹੈ। ਜੇ ਇਸ ਨੂੰ ਖੋਲੇਗਾ ਤਾਂ ਤੁਸਾਂ ਦਾ ਸਰਬਨਾਸ਼ ਹੋ ਜਾਏਗਾ। ਇਹ ਸੁਣ ਕੇ ਰਾਵਣ ਕ੍ਰੋਧ ਵਿੱਚ ਆ ਗਿਆ। ਉਸਨੇ ਹੁਕਮ ਦਿੱਤਾ, ਇਸ ਘੜੇ ਨੂੰ ਦੂਰ ਕਿਸੇ ਦੂਸਰੇ ਰਾਜ ਦੀ ਧਰਤੀ ਵਿੱਚ ਨੱਪ ਆਓ। ਦੂਤ ਉਸ ਘੜੇ ਨੂੰ ਆਪ ਦੇ ਰਾਜ ਵਿੱਚ ਨੱਪ ਗਏ। ਉਹ ਘੜਾ ਪੁੱਟਿਆ ਜਾਏ ਤੇ ਉਸ ਦਾ ਮੂੰਹ ਖੋਲਿਆ ਜਾਏ। ਪਾਪੀ ਰਾਵਣ ਦਾ ਨਾਸ਼ ਹੋ ਜਾਵੇਗਾ, ਕਿਉਂਕਿ ਉਹ ਅਜੇ ਵੀ ਪਰਜਾ ਨੂੰ ਤੰਗ ਕਰਦਾ ਹੈ। ਉਸ ਨੂੰ ਪ੍ਰਾਪਤ ਕੀਤੀ ਬ੍ਰਹਮ ਵਿਦਿਆ ਦਾ ਭੈ ਹੈ। ਉਹ ਘੜਾ ਕਿਵੇਂ ਪੁੱਟਿਆ ਜਾ ਸਕਦਾ ਹੈ? ਰਾਜਾ ਜਨਕ ਜੀ ਨੇ ਮੁੜ ਪੁੱਛਿਆ। ਉਸ ਦਾ ਮਨ ਪ੍ਰਸੰਨ ਹੋ ਗਿਆ। ਆਸ ਹੋ ਗਈ ਕਿ ਉਹ ਪਰਜਾ ਦਾ ਦੁੱਖ ਨਿਰਵਿਰਤ ਕਰੇਗਾ। ਆਪ ਸੋਨੇ ਦਾ ਹਲ ਲੈ ਕੇ ਖੇਤਾਂ ਵਿੱਚ ਜਾਓ। ਆਪ ਉਸੇ ਖੇਤ ਵਿੱਚ ਵੜੋਗੇ ਜਿੱਥੇ ਘੜਾ ਹੈ। ਬਸ ਉਸ ਦਾ ਮੂੰਹ ਖੋਲ ਦਿਓ। ਰਿਸ਼ੀ ਨੇ ਸਾਰੀ ਗੱਲ ਸਪਸ਼ਟ ਕਰ ਦਿੱਤੀ। ਉਸੇ ਵੇਲੇ ਹੁਕਮ ਕੀਤਾ ਗਿਆ। ਸੋਨੇ ਦਾ ਹਲ ਤਿਆਰ ਕੀਤਾ ਗਿਆ ਤੇ ਰਾਜਾ ਜਨਕ ਜੀ ਨੇ ਖੇਤ ਵਿੱਚ ਜਾ ਕੇ ਹਲ ਜੋਇਆ। ਹਲ ਜੋਣ ਨਾਲ ਤੇਜਪੁਰੇ ਦੀ ਹਵਾ ਆਈ। ਮੁੜ ਬੱਦਲ ਬਣੇ ਤੇ ਅਚਾਨਕ ਉਸ ਦੇ ਹਲ ਨਾਲ ਘੜਾ ਅੜਿਆ। ਘੜੇ ਨੂੰ ਪੁੱਟਿਆ ਗਿਆ। ਜਦੋਂ ਉਸ ਦਾ ਮੂੰਹ ਖੋਲਿਆ ਗਿਆ ਤਾਂ ਉਸ ਵਿੱਚ ਨਿੱਕੀ ਜਿਹੀ ਸੁੰਦਰ ਕੰਨਿਆ ਸੀ।
ਉਸ ਕੰਨਿਆ ਨੂੰ ਰਾਜੇ ਜਨਕ ਨੇ ਚੁੱਕ ਲਿਆ। ਖੇਤ ਵਿੱਚੋਂ ਲੱਭਣ ਦੇ ਕਾਰਨ ਉਸ ਦਾ ਨਾਮ ਸੀਤਾ ਰੱਖਿਆ ਗਿਆ। ਘੜੇ ਦਾ ਮੂੰਹ ਖੋਲਣ ਤੇ ਮੋਹਲੇਦਾਰ ਬਾਰਿਸ਼ ਹੋਈ। ਪਰਜਾ ਸੁਖੀ ਤੇ ਰਾਜ ਭਵਨ ਵਿੱਚ ਪਲ ਕੇ ਸੀਤਾ ਜੀ ਜਵਾਨ ਹੋਏ। ਉਸ ਨੇ ਇੱਕ ਦਿਨ ਸ਼ਿਵ ਧਨੁੱਖ ਨੂੰ ਚੁੱਕ ਲਿਆ। ਇਹ ਦੇਖ ਕੇ ਜਨਕ ਜੀ ਨੇ ਫੈਸਲਾ ਕੀਤਾ, ਜੋ ਕੋਈ ਰਾਜਕੁਮਾਰ ਸ਼ਿਵ ਧਨੁੱਖ ਤੇ ਚਿੱਲਾ ਚੜਾਏਗਾ ਉਸ ਨਾਲ ਸੀਤਾ ਜੀ ਦਾ ਵਿਆਹ ਹੋਏਗਾ। ਸੋ ਰਾਮਚੰਦਰ ਜੀ ਨੇ ਉਹ ਸ਼ਰਤ ਪੂਰੀ ਕੀਤੀ ਤੇ ਸੀਤਾ ਜੀ ਨੂੰ ਵਿਆਹ ਕੇ ਅਯੁੱਧਿਆਪੁਰੀ ਲੈ ਆਏ। ਸ਼੍ਰੀ ਰਾਮਚੰਦਰ ਜੀ ਨੂੰ ਜਦੋਂ ਬਨਵਾਸ ਹੋਇਆ ਤਾਂ ਸਤੀ ਸੀਤਾ ਆਪਣੇ ਪਤੀ ਪਰਮੇਸ਼ਰ ਦੀ ਦੁੱਖ ਸੁੱਖ ਵਿੱਚ ਸਹਾਈ ਹੋਣ ਬਦਲੇ ਉਹਨਾਂ ਦੇ ਨਾਲ ਹੀ ਇੱਕ ਸੰਨਿਆਸਣ ਦਾ ਰੂਪ ਧਾਰਨ ਕਰਕੇ ਜੰਗਲਾਂ ਨੂੰ ਚਲੀ ਗਈ। ਰਾਜ ਮਹਿਲ ਤੇ ਰਾਜ ਸੁੱਖਾਂ ਦਾ ਤਿਆਗ ਕਰ ਦਿੱਤਾ। ਰਾਵਣ ਜਦੋਂ ਸੀਤਾ ਨੂੰ ਧੋਖੇ ਨਾਲ ਲੈ ਗਿਆ ਤਾਂ ਸ਼੍ਰੀ ਰਾਮਚੰਦਰ ਜੀ ਉਸ ਦੇ ਵਿਰਾਗ ਵਿੱਚ ਆਪ ਦੁਖੀ ਹੋਏ। ਅਸ਼ੋਕ ਬਾਟਕਾ ਵਿੱਚ ਰਹੇ। ਰਾਵਣ ਵੱਲੋਂ ਦਿੱਤੇ ਗਏ ਕਸ਼ਟ ਸਰੀਰ ਤੇ ਮਨ ਤੇ ਝੱਲੇ, ਪਰ ਇਸਤਰੀ ਧਰਮ ਦਾ ਤਿਆਗ ਨਾ ਕੀਤਾ। ਲਾਲਚਾਂ ਵਿੱਚ ਨਾ ਆਈ ਤੇ ਰਾਵਣ ਦਾ ਕਾਲ ਬਣੀ। ਸੀਤਾ ਜੀ ਦੇ ਕਾਰਨ ਹੀ ਰਾਵਣ ਦੀ ਮੌਤ ਹੋਈ। ਉਸ ਦੀ ਸਾਰੀ ਕੁੱਲ ਮਾਰੀ ਗਈ। ਰਾਵਣ ਨੂੰ ਮਾਰਨ ਪਿੱਛੋਂ ਜਦੋਂ ਸੀਤਾ ਜੀ ਨੇ ਸ਼੍ਰੀ ਰਾਮਚੰਦਰ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਤਾਂ ਸ਼੍ਰੀ ਰਾਮਚੰਦਰ ਜੀ ਨੇ ਸੀਤਾ ਜੀ ਦੇ ਧਰਮ ਦੀ ਪ੍ਰੀਖਿਆ ਕੀਤੀ। ਉਸ ਨੂੰ ਅੱਗ ਵਿੱਚ ਬਿਠਾਇਆ। ਅਗਨ ਦੇਵਤਾ ਨੇ ਸੀਤਾ ਜੀ ਦੇ ਸਰੀਰ ਨੂੰ ਸੇਕ ਨਾ ਲਾਇਆ। ਧਰਮ ਦੀ ਜੈ ਹੋਈ। ਸ਼੍ਰੀ ਰਾਮਚੰਦਰ ਜੀ ਨੇ ਸੀਤਾ ਨੂੰ ਨਾਲ ਲੈ ਕੇ ਅਯੁੱਧਿਆਪੁਰੀ ਆ ਗਏ। ਕੁਝ ਸਮਾਂ ਸੁੱਖ ਦਾ ਲੰਘਿਆ। ਸੀਤਾ ਜੀ ਦੇ ਪੈਰ ਭਾਰੇ ਹੋਏ। ਮਾਂ ਬਣਨ ਦੀ ਆਸ਼ਾ ਪੂਰਨ ਹੋਣ ਲੱਗੀ ਤਾਂ ਇੱਕ ਦਿਨ ਐਸਾ ਆਇਆ ਕਿ ਸ਼੍ਰੀ ਰਾਮਚੰਦਰ ਜੀ ਨੇ ਸੀਤਾ ਨੂੰ ਬਨਵਾਸ ਦਾ ਹੁਕਮ ਦੇ ਦਿੱਤਾ। ਤਿਆਗ ਤੇ ਬਨਵਾਸ ਦੇ ਹੁਕਮ ਦੇਣ ਦਾ ਕਾਰਨ ਸਿਰਫ ਪਰਜਾ ਵਿੱਚੋਂ ਉੱਠੀ ਆਵਾਜ਼ ਸੀ। ਮਰਿਆਦਾ ਪਰਸ਼ੋਤਮ ਸ਼੍ਰੀ ਰਾਮਚੰਦਰ ਜੀ ਨੇ ਸੀਤਾ ਦਾ ਤਿਆਗ ਕਰਕੇ ਦੁੱਖ ਉਠਾਇਆ। ਸ਼੍ਰੀ ਲਕਸ਼ਮਣ ਜਮਨਾ ਪਾਰ ਉੱਤਰਾਖੰਡ ਦੇ ਜੰਗਲਾਂ ਵਿੱਚ ਸੀਤਾ ਜੀ ਨੂੰ ਛੱਡ ਗਏ। ਸੀਤਾ ਜੀ ਨੇ ਕਾਲੇ ਜੰਗਲਾਂ ਵਿੱਚੋਂ ਵਿਚਰਦੇ ਹੋਏ ਵਾਲਮੀਕ ਜੀ ਦੇ ਆਸ਼ਰਮ ਵਿੱਚ ਪੁੱਜ ਗਏ, ਜਿਸ ਅਸਥਾਨ ਨੂੰ ਅੱਜ ਕੱਲ੍ਹ ਰਾਮ ਤੀਰਥ ਆਖਿਆ ਜਾਂਦਾ ਹੈ ਤੇ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੈ। ਸ਼੍ਰੀ ਵਾਲਮੀਕ ਜੀ ਦੇ ਆਸ਼ਰਮ ਵਿੱਚ ਰਹਿੰਦਿਆਂ ਹੀ ਸੀਤਾ ਜੀ ਨੇ ਦੋਹਾਂ ਰਾਜਕੁਮਾਰਾਂ ਨੂੰ ਜਨਮ ਦਿੱਤਾ। ਇੱਕ ਰਾਜਕੁਮਾਰ ਲਵ ਤੇ ਦੂਸਰਾ ਕੁਸ਼ ਸੀ। ਦੋਵੇਂ ਰਾਜਕੁਮਾਰ ਜਵਾਨ ਹੋਏ। ਵਾਲਮੀਕ ਜੀ ਨੇ ਉਹਨਾਂ ਨੂੰ ਸ਼ਸਤਰ ਤੇ ਸ਼ਾਸਤਰ ਵਿਦਿਆ ਸਿਖਾਈ। ਮਹਾਬਲੀ ਰਾਜਕੁਮਾਰ ਬਣੇ। ਸ਼੍ਰੀ ਰਾਮਚੰਦਰ ਜੀ ਨੇ ਚੱਕਰਵਰਤੀ ਰਾਜਾ ਹੋਣ ਦਾ ਯੁੱਧ ਐਲਾਨ ਕਰਨ ਲਈ ਅਸ਼ਮਵੇਦ ਯੱਗ ਦਾ ਘੋੜਾ ਛੱਡਿਆ। ਇਹਨਾਂ ਨੇ ਘੋੜਾ ਫੜ ਲਿਆ। ਯੁੱਧ ਹੋਇਆ। ਯੁੱਧ ਵਿੱਚ ਸ਼੍ਰੀ ਰਾਮਚੰਦਰ ਜੀ ਪੁੱਤਰਾਂ ਹੱਥੋਂ ਘਾਇਲ ਹੋ ਗਏ। ਉਸ ਵੇਲੇ ਸੀਤਾ ਜੀ ਤੇ ਸ਼੍ਰੀ ਰਾਮਚੰਦਰ ਜੀ ਦਾ ਮੇਲ ਹੋਇਆ। ਸੀਤਾ ਜੀ ਧਰਤੀ ਵਿੱਚ ਅਲੋਪ ਹੋ ਗਏ। ਧਰਮ ਪਾਲਣ ਦੇ ਕਾਰਨ ਅੱਜ ਮੰਦਰਾਂ ਵਿੱਚ ਸੀਤਾ ਜੀ ਦਾ ਨਾਮ ਪਹਿਲਾਂ ਲਿਆ ਜਾਂਦਾ ਹੈ। ਜੇਕਰ ਆਪ ਜੀ ਨੂੰ ਇਹ ਵੀਡੀਓ ਪਸੰਦ ਆਈ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ, ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।